ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਇਸ ਵੀਡੀਓ ਦੇ ਅੰਦਰ ਜਿਸ ਤਰ੍ਹਾਂ ਪਹਿਲੀਆਂ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਉਣ ਵਾਲੇ ਕੁਝ ਸ਼ਬਦਾਂ ਦੀ ਸਾਂਝ ਪਾਈ ਸੀ ਵੀ ਜੋ ਸ਼ਬਦ ਬਾਰ-ਬਾਰ ਆਉਂਦੇ ਹਨ ਉਹਨਾਂ ਦਾ ਉਚਾਰਨ ਪਾਠ ਵਿੱਚ ਭੇਦ ਕੀ ਹੈ। ਸੋ ਅੱਜ ਅਖੀਰਲੀ ਵੀਡੀਓ ਦੇ ਅੰਦਰ 100 ਦਰ ਵਾਲੀ ਪੌੜੀ ਹੈ ਜੋ ਇਹ 100 ਦਰ ਵਾਲਾ ਸਿਰਲੇਖ ਵਾਲਾ ਪਾਠ ਸਾਧ ਸੰਗਤ ਜੀ ਇਹ 3 ਵਾਰੀ ਆਉਂਦਾ ਹੈ। ਪਹਿਲੇ ਜੋ ਸ਼ਬਦ ਸਨ ਉਹ 2 ਵਾਰੀ ਆਏ ਸਨ। ਸੋ ਇਹ 3 ਵਾਰੀ ਆਉਂਦਾ ਹੈ। ਪਹਿਲੀ ਵਾਰੀ ਜਪਜੀ ਸਾਹਿਬ ਦੇ ਪਾਠ ਦੇ ਅੰਦਰ ਸੋ ਦਰ ਕੇਹਾ ਸੋ ਘਰ ਕੇਹਾ। ਸੋ ਇਸੇ ਤਰ੍ਹਾਂ ਦੂਸਰੀ ਵਾਰੀ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਅੰਦਰ ਆਵੇਗਾ ਅਤੇ ਤੀਸਰੀ ਵਾਰੀ ਆਸਾ ਰਾਗ ਦੇ ਅੰਦਰ 347 ਅੰਗ ਦੇ ਉੱਤੇ ਆਉਂਦਾ ਹੈ। ਸੋ ਇਹਨਾਂ ਤਿੰਨਾਂ ਸ਼ਬਦਾਂ ਦੇ ਬਾਰੇ ਆਪ ਜੀ ਨਾਲ ਸਾਂਝ ਪਾਉਣੀ ਹੈ ਵੀ ਇਹਨਾਂ ਪਾਠਾਂ ਦੇ ਵਿੱਚ ਆਪਸੀ ਭੇਦ ਕੀ ਹਨ, ਫਰਕ ਕੀ ਹਨ। ਸੋ ਸਾਧ ਸੰਗਤ ਜੀ ਪਹਿਲਾ ਜਿਵੇਂ ਆਪ ਜੀ ਦਰਸ਼ਨ ਕਰ ਰਹੇ ਹੋ, ਜਪਜੀ ਸਾਹਿਬ ਦੇ ਅੰਦਰ ਜਦੋਂ ਪੰਕਤੀ ਆਉਂਦੀ ਹੈ ਆਰੰਭਤਾ ਹੁੰਦੀ ਹੈ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ। ਸੋ ਇਸ ਤਰ੍ਹਾਂ ਇਹ ਪਾਠ ਪੰਕਤੀ ਆਉਂਦੀ ਹੈ। ਇਸੇ ਤਰ੍ਹਾਂ ਜਦੋਂ 100 ਦਰ ਆਰੰਭ ਹੁੰਦੀ ਹੈ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਅੰਦਰ, ਉਸ ਵੇਲੇ ਸਿਰਲੇਖ ਹੈ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਤੇ ਪੰਕਤੀ ਹੈ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ। ਸੋ ਇਸ ਤਰ੍ਹਾਂ ਇਹ ਪੰਕਤੀ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਵਿੱਚ ਆਉਂਦੀ ਹੈ। ਇਹੋ ਹੀ ਤੀਸਰੀ ਵਾਰ ਜਦੋਂ ਸ਼ਬਦ ਆਸਾ ਰਾਗ ਦੇ ਵਿੱਚ ਆਵੇਗਾ, ਆਪ ਜੀ ਦਰਸ਼ਨ ਕਰ ਰਹੇ ਹੋ, ਇਹਦੇ ਵਿੱਚ ਭੇਦ ਕੀ ਹੈ। ਜਿਵੇਂ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਵਿੱਚ ਭੇਦ ਆਇਆ ਹੈ ਸੋ ਦਰ ਤੇਰਾ ਕੇਹਾ, ਤੇਰਾ ਦਾ ਭੇਦ ਆਇਆ ਹੈ। ਜਪਜੀ ਸਾਹਿਬ ਦੇ ਵਿੱਚ ਤੇਰਾ ਪਾਠ ਨਹੀਂ ਹੈ, ਉੱਥੇ ਹੈ ਸੋ ਦਰ ਕੇਹਾ ਸੋ ਘਰ ਕੇਹਾ। ਸੋ ਇਸ ਤਰ੍ਹਾਂ ਜਦੋਂ ਤੀਜੀ ਵਾਰੀ ਆਉਣਾ ਹੈ, ਤੀਸਰੀ ਵਾਰੀ ਇਸ ਤਰ੍ਹਾਂ ਸਿਰਲੇਖ ਹੈ ਪਹਿਲਾਂ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋ ਦਰ। ਇਹਦੇ ਤੋਂ ਪਹਿਲਾਂ ਮਹਾਮੰਤਰ ਹੈ ਗੁਰਪ੍ਰਸਾਦ ਤੱਕ। ਸੋ ਆਪ ਜੀ ਨੇ ਉਸ ਵੇਲੇ ਦਰਸ਼ਨ ਕਰ ਲੈਣਾ ਹੈ ਅਤੇ ਪੰਕਤੀ ਹੈ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ। ਹੁਣ ਸੰਭਾਲੇ ਪਾਠ ਪਹਿਲਾਂ ਪੋਲਾ ਸੀ ਦੋਵਾਂ ਜਪਜੀ ਸਾਹਿਬ ਦੇ ਵਿੱਚ ਅਤੇ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਅੰਦਰ। ਸੋ ਅਖੀਰ ਦੇ ਵਿੱਚ ਹਲੰਤ ਲੱਗੀ ਹੈ ਮੰਮੇ ਦੇ ਕੰਨੇ ਦੇ ਨਾਲ ਥੱਲੇ ਮੰਮੇ ਨੂੰ। ਸੋ ਇਸ ਤਰ੍ਹਾਂ ਭਾਰਾ ਬੋਲਣਾ ਹੈ ਸੰਭਾਲੇ। ਸੋ ਇਹ ਸਾਧ ਸੰਗਤ ਜੀ ਪਹਿਲੀ ਵਾਰੀ ਪੰਕਤੀ ਇਸ ਤਰ੍ਹਾਂ ਹੈ, ਦੂਸਰੀ ਵਾਰੀ ਤੇਰਾ ਲੱਗ ਗਿਆ ਵਿੱਚ, ਤੀਸਰੀ ਵਾਰੀ ਤੇਰਾ ਵੀ ਲੱਗਾ ਹੈ ਅਤੇ ਸੰਭਾਲੇ ਲੱਗਾ ਹੈ, ਹਲੰਤ ਲੱਗੀ ਹੈ। ਸੋ ਇਸ ਤਰ੍ਹਾਂ ਇਹ 100 ਦਰ ਵਾਲੀ ਪੰਕਤੀ ਆਪ ਜੀ ਨੇ ਧਿਆਨ ਰੱਖਣਾ ਹੈ ਜਦੋਂ ਪਾਠ ਆਵੇ। ਸੋ ਇਸੇ ਤਰ੍ਹਾਂ ਅਗਲੀ ਪੰਕਤੀ ਹੈ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ। ਇਹੋ ਹੀ ਪੰਕਤੀ ਜਦੋਂ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਵਿੱਚ ਹੈ ਤੇ ਉਹਦੇ ਵਿੱਚ ਤੇਰੇ ਪਾਠ ਲੱਗ ਗਿਆ ਹੈ ਕੇਤੇ ਦੇ ਨਾਲ। ਸੋ ਪੰਕਤੀ ਹੈ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ। ਵਾਜੇ ਦੇ ਨਾਲ ਵੀ ਤੇਰੇ ਲੱਗ ਗਿਆ ਹੈ ਤੇ ਕੇਤੇ ਦੇ ਨਾਲ ਵੀ 2 ਵਾਰੀ ਤੇਰੇ ਸ਼ਬਦ ਲੱਗ ਗਿਆ ਹੈ, ਇਹ ਭੇਦ ਹੈ। ਸੋ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ। ਜਦੋਂ ਤੀਸਰੀ ਵਾਰੀ ਆਸਾ ਰਾਗ ਦੇ ਵਿੱਚ ਆਵੇਗਾ ਤੇ ਇਸੇ ਤਰ੍ਹਾਂ ਹੀ ਜਿਵੇਂ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਵਿੱਚ ਹੈ ਇਸੇ ਤਰ੍ਹਾਂ ਆਸਾ ਰਾਗ 'ਚ ਆਉਣਾ ਹੈ। ਸਿਰਫ ਜਪਜੀ ਸਾਹਿਬ ਦੇ ਵਿੱਚ ਭੇਦ ਹੈ ਆਉਣ ਵਾਲੇ, ਜਦੋਂ ਜਪਜੀ ਸਾਹਿਬ ਦੇ ਵਿੱਚ ਆਵੇਗਾ। ਸੋ ਜਿਹੜੇ ਸਮਾਂਤਰ ਹਨ ਇੱਕੋ ਜਿਹੇ ਹਨ, ਜਿਨ੍ਹਾਂ ਦੇ ਉਚਾਰਨ ਅਤੇ ਭੇਦ ਕੋਈ ਨਹੀਂ ਹੈ, ਉਹ ਆਪ ਜੀ
ਨੀਲੇ ਰੰਗ ਦੇ ਨਾਲ ਸਾਹਮਣੇ ਦਰਸ਼ਨ ਕਰ ਰਹੇ ਹੋ, ਜਿਨ੍ਹਾਂ ਦੇ ਵਿੱਚ ਆਪਸੀ ਕੋਈ ਭੇਦ ਨਹੀਂ ਹੈ, ਪੰਕਤੀਆਂ ਉਹ ਇੱਕੋ ਜਿਹੀਆਂ ਹਨ, ਉਹ ਨੀਲੇ ਰੰਗ ਦੇ ਵਿੱਚ ਆਪ ਜੀ ਦਰਸ਼ਨ ਕਰ ਰਹੇ ਹੋ। ਸੋ ਉਸ ਤੋਂ ਅੱਗੇ ਸਾਧ ਸੰਗਤ ਜੀ ਤੀਸਰੀ ਪੰਕਤੀ ਹੈ, ਸ੍ਰੀ ਜਪਜੀ ਸਾਹਿਬ ਦੇ ਵਿੱਚ ਹੈ, ਕੇਤੇ ਰਾਗ ਪਰੀ ਸਿਓ ਕਹੀਅਨ, ਕੇਤੇ ਗਾਵਣ ਹਾਰੇ। ਇਹੋ ਹੀ ਪੰਕਤੀ ਜਦੋਂ ਸ੍ਰੀ ਰਹਿਰਾਸ ਸਾਹਿਬ 'ਚ ਆਵੇਗੀ, ਸੋ ਉਸ ਵੇਲੇ ਪਾਠ ਆਵੇਗਾ, ਕੇਤੇ ਤੇਰੇ ਰਾਗ ਪਰੀ ਸਿਓ ਕਹੀਅਹਿ, ਕੇਤੇ ਤੇਰੇ ਗਾਵਣ ਹਾਰੇ। ਸੋ ਕੇਤੇ ਦੇ ਨਾਲ ਤੇਰੇ ਜੁੜ ਚੁੱਕਿਆ ਹੈ ਅਤੇ ਕਹੀਅਨ ਦੀ ਜਗ੍ਹਾ ਦੇ ਉੱਤੇ ਕਹੀਅਹਿ ਪਾਠ ਹੈ ਅਤੇ ਕੇਤੇ ਤੇਰੇ ਗਾਵਣ ਹਾਰੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਤਿੰਨ ਭੇਦ ਹਨ ਅਤੇ ਇਹੋ ਹੀ ਪੰਕਤੀ ਫੇਰ ਜਦੋਂ ਆਸਾ ਰਾਗ 'ਚ ਆਉਣੀ ਹੈ, ਸੋ ਰਹਿਰਾਸ ਸਾਹਿਬ ਜੀ ਦੇ ਪਾਠ ਵਾਂਗ ਹੀ ਆਵੇਗੀ। ਸੋ ਉਸ ਤੋਂ ਅੱਗੇ ਪੰਕਤੀ ਹੈ, ਗਾਵਹਿ ਤੋਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਸੋ ਪਾਠ ਇਕੱਠਾ ਕਰਨਾ ਹੈ ਰਾਜਾ ਧਰਮ। ਸੋ ਇਹੋ ਹੀ ਪੰਕਤੀ ਜਦੋਂ ਰਹਿਰਾਸ ਸਾਹਿਬ 'ਚ ਹੈ, ਉਸ ਵੇਲੇ ਤੋਹਨੋਂ ਦੀ ਜਗ੍ਹਾ 'ਤੇ ਤੁਧਨੋਂ ਲੱਗ ਗਿਆ ਹੈ ਅਤੇ ਗਾਵਹਿ ਦੀ ਜਗ੍ਹਾ 'ਤੇ ਗਾਵਨ ਲੱਗ ਗਿਆ ਹੈ ਅਤੇ ਪਾਉਣ ਦੀ ਥਾਂ 'ਤੇ ਪਵਨ ਹੈ, ਵਾਵੇ ਦੀ ਵਰਤੋਂ ਹੋ ਗਈ ਹੈ। ਇਹੋ ਹੀ ਪੰਕਤੀ ਜਦੋਂ ਤੀਸਰੀ ਵਾਰੀ ਆਸਾ ਰਾਗ 'ਚ 347 ਅੰਗ 'ਤੇ ਆਵੇਗੀ, ਉਦੋਂ ਸਾਧ ਸੰਗਤ ਜੀ ਗਾਵਣ ਦੇ ਨਾਲ ਹਲੰਤ ਲੱਗੀ ਹੈ ਨੰਨੇ ਦੇ ਥੱਲੇ, ਸੋ ਇਸ ਨੂੰ ਭਾਰਾ ਬੋਲਣਾ ਹੈ। ਗਾਵਨ ਪਹਿਲੇ ਬੋਲਿਆ ਹੈ, ਗਾਵਨ ਪੋਲਾ, ਜਦੋਂ ਹਲੰਤ ਲੱਗ ਜਾਵੇ ਭਾਰਾ ਸ਼ਬਦ ਬਣ ਜਾਂਦਾ ਹੈ। ਇਸ ਨੂੰ ਬੋਲਾਂਗੇ, ਗਾਵਨ ਤੁਧਨੋਂ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਸੋ ਇਸ ਤਰ੍ਹਾਂ ਅਗਲੀ ਪੰਕਤੀ ਹੈ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਸੋ ਇਹੋ ਹੀ ਪੰਕਤੀ ਜਦੋਂ ਰਹਿਰਾਸ ਸਾਹਿਬ 'ਚ ਹੈ, ਉੱਥੇ ਗਾਵਹਿ ਦੀ ਜਗ੍ਹਾ 'ਤੇ ਗਾਵਨ ਹੈ ਅਤੇ ਨਾਲ ਤੁਧਨੋਂ ਜੁੜ ਗਿਆ ਹੈ। ਸੋ ਪੰਕਤੀ ਹੈ, ਗਾਵਨ ਤੁਧਨੋਂ ਚਿਤ ਗੁਪਤ ਲਿਖ ਜਾਣਨ, ਜਾਣ ਹੈ ਦੀ ਜਗ੍ਹਾ 'ਤੇ ਜਾਣਨ ਹੈ, ਲਿਖ ਲਿਖ ਧਰਮ ਵਿਚਾਰੇ। ਜਪਜੀ ਸਾਹਿਬ 'ਚ ਪਾਠ ਸੀ ਵਿਚਾਰੇ, ਇੱਥੇ ਪਾਠ ਹੈ ਬੱਬੇ ਦੇ ਨਾਲ ਵਿਚਾਰੇ। ਇਹੋ ਹੀ ਪੰਕਤੀ ਤੀਸਰੀ ਵਾਰ ਆਸਾ ਰਾਗ 'ਚ ਆਉਣ ਦੇ ਨਾਲ ਗਾਵਨ ਦੇ ਥੱਲੇ ਹਲੰਤ ਹੈ, ਨੰਨੇ ਦੇ ਥੱਲੇ ਭਾਰਾ ਆਵੇਗਾ ਗਾਵਨ। ਗਾਵਨ ਤੁਧਨੋਂ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਫਿਰ ਅੱਗੇ ਜਾ ਕੇ ਵਾਵਾ ਜੁੜ ਗਿਆ ਹੈ ਬੱਬੇ ਦੀ ਜਗ੍ਹਾ 'ਤੇ। ਸੋ ਅਗਲੀ ਪੰਕਤੀ ਹੈ, ਗਾਵਹਿ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਜਪਜੀ ਸਾਹਿਬ ਦੀ ਪੰਕਤੀ ਹੈ ਅਤੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਅੰਦਰ ਪਾਠ ਹੈ, ਗਾਵਹਿ ਦੀ ਜਗ੍ਹਾ 'ਤੇ ਗਾਵਨ ਤੁਧਨੋਂ ਲੱਗ ਗਿਆ ਹੈ। ਗਾਵਨ ਤੁਧਨੋਂ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਸੋ ਜਪਜੀ ਸਾਹਿਬ ਦੇ ਵਿੱਚ ਸੀ ਬਰਮਾ, ਗਾਵਹਿ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਅਤੇ ਦੂਸਰੀ ਵਾਰੀ ਪਾਠ ਆ ਗਿਆ ਹੈ, ਹਾਹਾ ਲੱਗ ਗਿਆ ਹੈ ਵਿੱਚ ਰਾਰੇ ਦੀ ਜਗ੍ਹਾ 'ਤੇ, ਨਾਲ ਪੈਰ 'ਚ ਰਾਰਾ ਜੁੜ ਗਿਆ ਹੈ। ਬ੍ਰਹਮਾ ਪਾਠ ਪੜ੍ਹਨਾ ਹੈ ਅਤੇ ਨਾਲ ਪੜ੍ਹਨਾ ਹੈ ਤੇਰੇ ਸਦਾ ਸਵਾਰੇ। ਗਾਵਨ ਤੁਧਨੋਂ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਇਹੋ ਹੀ ਪਾਠ ਜਦੋਂ ਤੀਸਰੀ ਵਾਰੀ ਆਵੇਗਾ, ਉਦੋਂ ਪੈਰ 'ਚ ਨਾਲ ਹਲੰਤ ਲੱਗ ਚੁੱਕੀ ਹੈ, ਫਿਰ ਨੰਨੇ ਦੇ, ਗਾਵਨ ਤੁਧਨੋਂ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਬਾਕੀ ਪਾਠ ਉਸੇ ਤਰ੍ਹਾਂ ਹੈ ਜਿਵੇਂ ਰਹਿਰਾਸ ਸਾਹਿਬ ਜੀ ਦੇ ਵਿੱਚ ਹੈ, ਸਿਰਫ ਨੰਨੇ ਦੇ ਪੈਰ ਥੱਲੇ ਹਲੰਤ ਹੈ। ਸੋ ਅਗਲੀ ਪੰਕਤੀ ਹੈ, ਗਾਵਹਿ ਇੰਦ ਇਦਾਸਣ ਬੈਠੇ, ਦੇਵਤਿਆ ਦਰ ਨਾਲੇ। ਇੰਦ ਪੜ੍ਹਨਾ ਹੈ ਟਿੱਪੀ ਦੇ ਨਾਲ ਅਤੇ ਅੱਗੇ ਟਿੱਪੀ ਨਹੀਂ ਹੈ, ਇਦਾਸਣ ਪਾਠ ਪੜ੍ਹਨਾ ਹੈ। ਇਹੋ ਜਦੋਂ ਰਹਿਰਾਸ ਸਾਹਿਬ 'ਚ ਪਾਠ ਆਵੇਗਾ, ਗਾਵਹਿ ਦੀ ਜਗ੍ਹਾ 'ਤੇ ਗਾਵਨ ਤੁਧਨੋਂ ਹੈ। ਗਾਵਨ ਤੁਧਨੋਂ ਇੰਦਰ ਇੰਦਰਾਸਣ ਬੈਠੇ, ਦੇਵਤਿਆ ਦਰ ਨਾਲੇ। ਹੁਣ ਇੰਦ ਦੀ ਜਗ੍ਹਾ 'ਤੇ ਇੰਦਰਾਸਣ ਇੰਦਰ ਹੋ ਗਿਆ ਹੈ ਅਤੇ ਇਦਾਸਣ ਦੀ ਜਗ੍ਹਾ 'ਤੇ ਇੰਦਰਾਸਣ ਪਾਠ ਹੈ। ਸੋ ਇਹ ਭੇਦ ਹੈ।
ਸੋ ਇਸੇ ਤਰ੍ਹਾਂ ਜਦੋਂ ਰਹਿਰਾਸ ਸਾਹਿਬ ਤੋਂ ਬਾਅਦ ਆਸਾ ਰਾਗ ਚ ਆਵੇਗਾ, ਉੱਥੇ ਨੰਨੇ ਦੇ ਪੈਰ 'ਚ ਹਲੰਤ ਹੈ, ਬਾਕੀ ਉਹੀ ਸ੍ਰੀ ਰਹਿਰਾਸ ਸਾਹਿਬ ਜੀ ਵਾਂਗ ਹੀ ਬੋਲਣਾ ਹੈ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆ ਦਰ ਨਾਲੇ। ਇੰਦਰ ਇੰਦਰਾਸਣ ਪੜ੍ਹਨਾ ਹੈ। ਸੋ ਇਸ ਤਰ੍ਹਾਂ ਅੱਗੇ ਪੰਕਤੀ ਹੈ, ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ। ਸੋ ਇਹੋ ਹੀ ਪੰਕਤੀ ਗਾਵਹਿ ਦੀ ਜਗ੍ਹਾ ਤੇ ਗਾਵਣ ਤੁਧਨੋਂ ਜੁੜਿਆ ਹੈ। ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ। ਵਿਚਾਰੇ ਦੀ ਜਗ੍ਹਾ ਤੇ ਉੱਤੇ ਵਿਚਾਰੇ ਪਾਠ ਜੁੜ ਗਿਆ ਹੈ ਸ੍ਰੀ ਰਹਿਰਾਸ ਸਾਹਿਬ ਜੀ ਦੇ ਅੰਦਰ। ਸੋ ਇਸੇ ਤਰ੍ਹਾਂ ਤੀਸਰੀ ਵਾਰੀ ਪੰਕਤੀ ਹੈ, ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ। ਦੋਵੇਂ ਗਾਵਣ ਦੇ ਨਾਲ ਹਲੰਤ ਹੈ ਨੰਨਿਆਂ ਥੱਲੇ, ਇਹ ਧਿਆਨ ਰੱਖਣਾ ਹੈ, ਬਾਕੀ ਸ੍ਰੀ ਰਹਿਰਾਸ ਸਾਹਿਬ ਵਾਂਗ ਹੈ। ਸੋ ਅੱਗੇ ਪੰਕਤੀ ਹੈ, ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ। ਇਹ ਹੈ ਸ੍ਰੀ ਜਪਜੀ ਸਾਹਿਬ ਦੇ ਅੰਦਰ। ਅਤੇ ਰਹਿਰਾਸ ਸਾਹਿਬ ਦੇ ਪਾਠ ਦੇ ਅੰਦਰ ਜਦੋਂ ਆਉਣੀ ਹੈ, ਨਾਲ ਤੁਧਨੋਂ ਜੁੜ ਜਾਣਾ ਹੈ ਗਾਵਣ ਦੇ। ਗਾਵਣ ਤੁਧਨੋਂ ਜਤੀ ਸਤੀ ਸੰਤੋਖੀ ਗਾਵਣ ਤੁਧਨੋਂ ਵੀਰ ਕਰਾਰੇ। ਅਤੇ ਗਾਵਹਿ ਦੀ ਜਗ੍ਹਾ ਤੇ ਗਾਵਣ ਤੁਧਨੋਂ ਹੈ। ਸੋ ਵੀਰ ਕਰਾਰੇ ਪਾਠ ਉਸੇ ਤਰ੍ਹਾਂ ਹੀ ਹੈ। ਅਤੇ ਆਸਾ ਰਾਗ ਦੇ ਅੰਦਰ ਇਹੋ ਪੰਕਤੀ, ਗਾਵਣ ਤੁਧਨੋਂ ਜਤੀ ਸਤੀ ਸੰਤੋਖੀ ਗਾਵਣ ਤੁਧਨੋਂ ਵੀਰ ਕਰਾਰੇ। ਸਿਰਫ ਨੰਨੇ ਦੇ ਪੈਰ ਥੱਲੇ ਹਲੰਤ ਹੈ, ਬਾਕੀ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਵਾਂਗ ਹੀ ਹੈ। ਸੋ ਅੱਗੇ ਪਾਠ ਹੈ, ਜਪਜੀ ਸਾਹਿਬ ਦੇ ਅੰਦਰ ਪੰਕਤੀ ਹੈ, ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ। ਅਤੇ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਅੰਦਰ ਇਹੋ ਪੰਕਤੀ ਆਵੇਗੀ, ਗਾਵਨ ਤੁਧਨੋਂ ਪੰਡਿਤ ਪੜਨ ਰਖੀਸੁਰ ਜੁਗ ਜੁਗ ਵੇਦਾ ਨਾਲੇ। ਦੋ ਭੇਦ ਆ ਗਏ ਹਨ, ਇੱਕ ਤੁਧਨੋਂ ਜੁੜ ਗਿਆ ਹੈ ਅਤੇ ਰਖੀਸਰ ਦੇ ਥੱਲੇ ਔਂਕੜ ਲੱਗ ਗਈ ਹੈ, ਰਖੀਸਰ ਹੋ ਗਿਆ ਹੈ ਪਾਠ, ਰਖੀਸੁਰ। ਗਾਵਣ ਤੁਧਨੋਂ ਪੰਡਿਤ ਪੜਨ ਰਖੀਸੁਰ ਜੁਗ ਜੁਗ ਵੇਦਾ ਨਾਲੇ। ਇਹੋ ਹੀ ਪੰਕਤੀ ਤੀਸਰੀ ਵਾਰੀ ਜਦੋਂ ਆਵੇਗੀ, ਗਾਵਣ ਤੁਧਨੋਂ ਪੰਡਿਤ ਪੜ੍ਹੇ ਰਖੀਸੁਰ ਜੁਗ ਜੁਗ ਵੇਦਾ ਨਾਲੇ। ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਨਾਲੋਂ ਵੀ ਦੋ ਭਿੰਨ ਆਏ ਹਨ ਭੇਦ। ਸੋ ਪਹਿਲਾ ਉੱਥੇ ਪੜ੍ਹਨ ਹੈ ਅਤੇ ਪੜ੍ਹੇ ਆਵੇਗਾ ਅੱਗੇ ਜਾ ਕੇ। ਵੇਦਾ ਪਾਠ ਹੈ ਜਪਜੀ ਸਾਹਿਬ ਦੇ ਵਿੱਚ ਅਤੇ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਅੰਦਰ। ਇਹੋ ਹੀ ਅੱਗੇ ਜਾ ਕੇ ਬੱਬੇ ਨਾਲ ਆਵੇਗਾ ਬੇਦਾ। ਤੋ ਸਾਧ ਸੰਗਤ ਜੀ ਅੱਗੇ ਪੰਕਤੀ ਹੈ, ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ। ਪਿਆਲੇ ਪਾਠ ਨਹੀਂ ਪੜ੍ਹਨਾ, ਈੜੀ ਸਿਹਾਰੀ ਬੋਲਣੀ ਹੈ, ਪਿਆਲੇ ਪਾਠ ਹੈ। ਸੋ ਇਸੇ ਤਰ੍ਹਾਂ ਗਾਵਹਿ ਦੀ ਜਗ੍ਹਾ 'ਤੇ ਜਿਵੇਂ ਪਹਿਲਾਂ ਗਾਵਣ ਤੁਧਨੋਂ ਜੁੜਦਾ ਰਿਹਾ ਹੈ, ਇਸੇ ਤਰ੍ਹਾਂ ਇੱਥੇ ਵੀ ਉਹੀ ਹੈ। ਗਾਵਣ ਤੁਧਨੋਂ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ। ਜਪਜੀ ਸਾਹਿਬ ਦੇ ਅੰਦਰ ਪਾਠ ਸੀਗਾ ਸੁਰਗਾ, ਇੱਥੇ ਹੈ ਸੁਰਗ। ਅਤੇ ਇਹੋ ਹੀ ਪੰਕਤੀ ਫਿਰ ਜਦੋਂ ਆਸਾ ਰਾਗ 'ਚ ਆਵੇਗੀ ਤੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਵਾਂਗ ਹੀ ਬੋਲਣੀ ਹੈ, ਸਮਾਂਤਰ ਹੀ ਹੈ। ਸੋ ਅੱਗੇ ਪਾਠ ਹੈ, ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਅਤੇ ਰਹਿਰਾਸ ਸਾਹਿਬ ਜੀ ਦੇ ਅੰਦਰ ਗਾਵਨ ਦੇ ਨਾਲ ਤੁਧਨੋਂ ਪਾਠ ਲਾਉਣਾ ਹੈ। ਗਾਵਨ ਤੁਧਨੋਂ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਬਾਕੀ ਪਾਠ ਉਸੇ ਤਰ੍ਹਾਂ ਹੀ ਆਵੇਗਾ। ਤੀਸਰੀ ਵਾਰੀ ਜਦੋਂ ਪਾਠ ਆਵੇਗਾ, ਇਹਨਾਂ ਦੋਵਾਂ ਪਾਠਾਂ ਨਾਲੋਂ ਭੇਦ ਹੈ, ਜਪਜੀ ਸਾਹਿਬ ਦੇ ਨਾਲੋਂ ਅਤੇ ਰਹਿਰਾਸ ਸਾਹਿਬ ਦੇ ਪਾਠ ਦੇ ਨਾਲੋਂ। ਉਹ ਕਿਹੜਾ ਹੈ? ਪਹਿਲਾ ਤੇ ਹੈ ਗਾਵਣ ਦੇ ਨਾਲ ਨੰਨੇ ਥੱਲੇ ਹਲੰਤ ਹੈ, ਗਾਵਣ ਬੋਲਣਾ ਹੈ। ਗਾਵਣ ਤੁਧਨੋਂ ਰਤਨ ਉਪਾਏ ਤੇਰੇ ਜੇਤੇ। ਹੁਣ ਜੇਤੇ ਪਾਠ ਹੈ। ਇਹਨਾਂ ਦੋਵਾਂ ਪਾਠਾਂ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਰਹਿਰਾਸ ਸਾਹਿਬ 'ਚ ਪਾਠ 'ਚ ਜੇਤੇ ਪਾਠ ਨਹੀਂ ਹੈ। ਆਸਾ ਰਾਗ ਦੇ ਵਿੱਚ ਜੇਤੇ ਪਾਠ ਬੋਲਣਾ ਹੈ ਤੇ ਵਿਸਰਾਮ ਵੀ ਜੇਤੇ ਉੱਤੇ ਲਾਉਣਾ ਹੈ। ਗਾਵਣ ਤੁਧਨੋਂ ਰਤਨ ਉਪਾਏ
ਤੇਰੇ ਜੇਤੇ 68 ਤੀਰਥ ਨਾਲੇ। ਸੋ ਇਹ ਇਸ ਤਰ੍ਹਾਂ ਦੇ ਨਾਲ ਇਹ ਭੇਦ ਹਨ। ਸੋ ਅਗਲੀ ਪੰਕਤੀ ਹੈ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਸੋ ਗਾਵਹਿ ਜੋਧ ਮਹਾ, ਬਲ ਵੱਖਰਾ ਨਹੀਂ ਕਰਨਾ, ਮਹਾਬਲ ਇਕੱਠਾ ਹੀ ਪੜ੍ਹਨਾ ਹੈ ਪਾਠ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਇਹੋ ਹੀ ਪਾਠ ਅੱਗੇ ਜਾ ਕੇ ਰਹਿਰਾਸ ਸਾਹਿਬ ਦੇ ਅੰਦਰ, ਗਾਵਣ ਤੁਧਨੋ ਜੋਧ ਮਹਾਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਹਿ ਖਾਣੀ ਚਾਰੇ ਦੀ ਜਗ੍ਹਾ ਤੇ ਗਾਵਣ ਤੁਧਨੋ ਖਾਣੀ ਚਾਰੇ ਹੈ ਰਹਿਰਾਸ ਸਾਹਿਬ ਦੇ ਅੰਦਰ। ਅਤੇ ਆਸਾ ਰਾਗ ਦੇ ਅੰਦਰ ਉਸੇ ਤਰ੍ਹਾਂ ਹੀ ਹੈ, ਸਿਰਫ ਦੋ ਭੇਦ ਹਨ ਰਹਿਰਾਸ ਸਾਹਿਬ ਜੀ ਦੇ ਨਾਲੋਂ। ਗਾਵਣ ਦੇ ਥੱਲੇ ਨੰਨਿਆਂ ਨੂੰ ਹਲੰਤ ਹੈ, ਭਾਰਾ ਬੋਲਣਾ ਹੈ। ਗਾਵਣ ਤੁਧਨੋ ਜੋਧ ਮਹਾਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਸੋ ਇਸ ਤਰ੍ਹਾਂ ਇਹ ਪਾਠ ਹੈ। ਸੋ ਅੱਗੇ ਪੰਕਤੀ ਹੈ, ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਇਹ ਸ੍ਰੀ ਜਪਜੀ ਸਾਹਿਬ ਦਾ ਪਾਠ ਹੈ। ਅਤੇ ਰਹਿਰਾਸ ਸਾਹਿਬ ਜੀ ਦਾ ਪਾਠ ਆਵੇਗਾ, ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸੋ ਆਪ ਜੀ ਜਿਵੇਂ ਦੇਖ ਰਹੇ ਹੋ ਵੀ ਗਾਵਹਿ ਪਾਠ ਦੀ ਜਗ੍ਹਾ ਤੇ ਗਾਵਣ ਤੁਧਨੋ ਹੈ ਰਹਿਰਾਸ ਸਾਹਿਬ ਦੇ ਵਿੱਚ, ਅਤੇ ਵਰਭੰਡਾ ਦੀ ਜਗ੍ਹਾ ਤੇ ਬ੍ਰਹਮੰਡਾ ਪਾਠ ਆਇਆ ਹੈ। ਅਤੇ ਕਰ ਕਰ ਰੱਖੇ ਧਾਰੇ ਦੇ ਵਿੱਚ ਰੱਖੇ ਦੇ ਨਾਲ ਤੇਰੇ ਲੱਗ ਗਿਆ ਹੈ, ਕਰ ਕਰ ਰੱਖੇ ਤੇਰੇ ਧਾਰੇ। ਅਤੇ ਆਸਾ ਰਾਗ ਦੇ ਅੰਦਰ ਇਹੋ ਹੀ ਪੰਕਤੀ ਦੇ ਨਾਲ ਗਾਵਣ ਦੇ ਥੱਲੇ ਹਲੰਤ ਹੈ, ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਬਾਕੀ ਪਾਠ ਰਹਿਰਾਸ ਸਾਹਿਬ ਜੀ ਦੇ ਵਾਂਗ ਹੀ ਹੈ। ਸੋ ਅੱਗੇ ਪਾਠ ਹੈ, ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਇਹੋ ਹੀ ਪਾਠ ਰਹਿਰਾਸ ਸਾਹਿਬ ਦੇ ਅੰਦਰ, ਸੇਈ ਤੁਧਨੋ ਗਾਵਨ, ਗਾਵਹਿ ਦੀ ਜਗ੍ਹਾ ਤੇ ਗਾਵਣ ਆ ਗਿਆ ਹੈ। ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਬਾਕੀ ਉਸੇ ਤਰ੍ਹਾਂ ਹੀ ਹੈ। ਅਤੇ ਆਸਾ ਰਾਗ ਦੇ ਵਿੱਚ, ਸੇਈ ਤੁਧਨੋ ਗਾਵਨ, ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਗਾਵਨ ਭਾਵਨ ਇਹ ਭਾਰੇ ਆਏ ਹਨ, ਬਾਕੀ ਪਾਠ ਰਹਿਰਾਸ ਸਾਹਿਬ ਜੀ ਦੇ ਵਾਂਗ ਹੀ ਹੈ। ਸੋ ਅਗਲੀ ਪੰਕਤੀ ਹੈ ਜਪਜੀ ਸਾਹਿਬ ਦੇ ਅੰਦਰ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਅਤੇ ਰਹਿਰਾਸ ਸਾਹਿਬ ਦੇ ਪਾਠ ਦੇ ਵਿੱਚ ਹੈ, ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਤੁਧਨੋ ਪਾਠ ਲੱਗ ਗਿਆ ਹੈ ਗਾਵਨ ਦੇ ਅੱਗੇ, ਅਤੇ ਨਾਲ ਹੀ ਵਿਚਾਰੇ ਦੀ ਜਗ੍ਹਾ ਤੇ ਬੱਬਾ ਲੱਗ ਕੇ ਵਿਚਾਰੇ ਪਾਠ ਆਇਆ ਹੈ। ਇਹੋ ਹੀ ਪਾਠ ਆਸਾ ਰਾਗ ਦੇ ਵਿੱਚ, ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਇਸ ਤਰ੍ਹਾਂ ਦੇ ਨਾਲ ਜਮਕੀ ਠਮਕੀ ਵਿਸਰਾਮ ਲਾ ਕੇ ਪਾਠ ਕਰਨਾ ਹੈ। ਅਤੇ ਰਹਿਰਾਸ ਸਾਹਿਬ ਜੀ ਦਾ ਪਾਠ ਆਸਾ ਰਾਗ ਦੇ ਅੰਦਰ ਪਾਠ ਇਹ ਇੱਕੋ ਬਰਾਬਰ ਇੱਕੋ ਜਿਹੇ ਹੀ ਹਨ। ਸੋ ਇਸ ਤਰ੍ਹਾਂ ਅਗਲੀ ਪੰਕਤੀ ਹੈ ਸ੍ਰੀ ਜਪਜੀ ਸਾਹਿਬ ਦੇ ਅੰਦਰ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਸੋ ਇਹੋ ਹੀ ਪੰਕਤੀ ਸਾਧ ਸੰਗਤ ਜੀ ਤਿੰਨਾਂ ਜਗ੍ਹਾ ਤੇ ਤਿੰਨਾਂ ਥਾਵਾਂ ਤੇ ਇੱਕੋ ਜਿਹਾ ਹੀ ਪਾਠ ਹੈ। ਸੋ ਇਸ ਤਰ੍ਹਾਂ ਇਹ ਨੀਲੇ ਰੰਗ ਦੇ ਨਾਲ ਆਪ ਜੀ ਦਰਸ਼ਨ ਤਾਂ ਕਰ ਰਹੇ ਹੋ, ਸਾਹਮਣੇ ਦੱਸਿਆ ਹੈ ਵੀ ਇੱਕੋ ਜਿਹਾ ਹੈ, ਕੋਈ ਭੇਦ ਨਹੀਂ ਹੈ, ਪੰਕਤੀਆਂ ਇੱਕੋ ਜਿਹੀਆਂ ਹੀ ਆਉਣਗੀਆਂ ਤਿੰਨਾਂ ਪਾਠਾਂ ਦੇ ਵਿੱਚ। ਸੋ ਉਸ ਤੋਂ ਬਾਅਦ ਅਗਲੀ ਪੰਕਤੀ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਸੋ ਜਿਨ ਪਾਠ ਪੋਲਾ ਜਿਹਾ ਪੜ੍ਹਨਾ ਹੈ, ਜਿਨ ਪਾਠ ਨਹੀਂ ਪੜ੍ਹਨਾ ਕਸ ਕੇ। ਸੋ ਇਸੇ ਤਰ੍ਹਾਂ ਇਹ ਵੀ ਪੰਕਤੀ ਸਾਧ ਸੰਗਤ ਜੀ ਤਿੰਨੀ ਥਾਵਾਂ ਤੇ ਜਪਜੀ ਸਾਹਿਬ ਦੇ ਅੰਦਰ, ਰਹਿਰਾਸ ਸਾਹਿਬ ਜੀ ਦੇ ਪਾਠ ਦੇ ਅੰਦਰ ਅਤੇ ਆਸਾ ਰਾਗ ਦੇ ਵਿੱਚ ਇੱਕੋ ਜਿਹਾ ਹੀ ਪਾਠ ਆਵੇਗਾ, ਇੱਕੋ ਜਿਹੀਆਂ ਹੀ ਹਨ। ਸੋ ਇਸੇ ਤਰ੍ਹਾਂ ਅੱਗੇ ਪੰਕਤੀ ਹੈ,
ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਇਸੇ ਤਰ੍ਹਾਂ ਹੀ ਇਹੀ ਪੰਕਤੀ ਰਹਿਰਾਸ ਸਾਹਿਬ ਜੀ ਦੇ ਅੰਦਰ ਇਸੇ ਤਰ੍ਹਾਂ ਹੀ ਆਉਣੀ ਹੈ, ਕੋਈ ਭੇਦ ਨਹੀਂ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਸੋ ਇਸ ਤਰ੍ਹਾਂ ਜਦੋਂ ਤੀਸਰੀ ਵਾਰੀ ਆਉਣੀ ਹੈ ਨਾ ਆਸਾ ਰਾਗ ਦੇ ਵਿੱਚ, ਤੇ ਰਹਿਰਾਸ ਸਾਹਿਬ ਤੇ ਜਪਜੀ ਸਾਹਿਬ ਦੇ ਪਾਠ ਨਾਲੋਂ ਵੱਖਰੀ ਆਵੇਗੀ, ਭੇਦ ਹੈ। ਉਹਦੇ ਵਿੱਚ ਸਾਧ ਸੰਗਤ ਜੀ ਕਰ ਕਰ ਨਹੀਂ ਹੈ, ਪਾਠ ਇਸੇ ਤਰ੍ਹਾਂ ਹੈ ਜਿਵੇਂ ਦਰਸ਼ਨ ਕਰ ਰਹੇ ਹੋ। ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ। ਸੋ ਇਸ ਤਰ੍ਹਾਂ ਕਰ ਕਰ ਵਿੱਚੋਂ ਨਹੀਂ ਹੈ। ਅਗਲੀ ਪੰਕਤੀ ਹੈ ਸਾਧ ਸੰਗਤ ਜੀ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਇਹ ਜਪਜੀ ਸਾਹਿਬ ਦਾ ਪਾਠ ਹੈ ਅਤੇ ਜਦੋਂ ਰਹਿਰਾਸ ਸਾਹਿਬ ਜੀ ਦੇ ਅੰਦਰ ਆਵੇਗਾ, ਵੇਖੈ ਦੀ ਜਗ੍ਹਾ ਤੇ ਦੇਖੈ ਬਣ ਜਾਣਾ ਹੈ ਅਤੇ ਜਿਵ ਦੀ ਜਗ੍ਹਾ ਤੇ ਜਿਉ ਬਣ ਜਾਣਾ ਹੈ ਅਤੇ ਪਾਠ ਆਵੇਗਾ, ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਇਸੇ ਤਰ੍ਹਾਂ ਹੀ ਫਿਰ ਆਸਾ ਰਾਗ ਦੇ ਵਿੱਚ ਆਵੇਗਾ, ਜਿਵੇਂ ਰਹਿਰਾਸ ਸਾਹਿਬ ਜੀ ਦੇ ਵਿੱਚ ਪੰਕਤੀ ਹੈ ਇਸੇ ਤਰ੍ਹਾਂ ਅੱਗੇ ਵੀ ਇਸੇ ਤਰ੍ਹਾਂ ਹੀ ਆਉਣੀ ਹੈ, ਕੋਈ ਭੇਦ ਨਹੀਂ ਹੈ। ਉਸ ਤੋਂ ਅਗਲੀ ਪੰਕਤੀ ਹੈ ਸਾਧ ਸੰਗਤ ਜੀ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਇਹੋ ਹੀ ਪੰਕਤੀ ਜਦੋਂ ਰਹਿਰਾਸ ਸਾਹਿਬ ਜੀ ਦੇ ਵਿੱਚ ਆਵੇਗੀ ਤੇ ਸਿਰਫ ਇੱਕੋ ਭੇਦ ਹੈ, ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਇੱਥੇ ਫਿਰ ਲੱਗ ਗਿਆ ਹੈ, ਜਪਜੀ ਸਾਹਿਬ ਦੇ ਵਿੱਚ ਫਿਰ ਪਾਠ ਨਹੀਂ ਹੈ। ਇਸੇ ਤਰ੍ਹਾਂ ਜਿਵੇਂ ਫਿਰ ਲਗਾ ਕੇ ਰਹਿਰਾਸ ਸਾਹਿਬ ਜੀ ਦੇ ਪਾਠ ਹੈ ਪੰਕਤੀ ਹੈ, ਇਸੇ ਤਰ੍ਹਾਂ ਹੀ ਆਸਾ ਰਾਗ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆਉਣੀ ਹੈ। ਸੋ ਲਾਸਟ ਅਖੀਰਲੀ ਪੰਕਤੀ ਹੈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਇਹ ਜਪਜੀ ਸਾਹਿਬ ਦਾ ਪਾਠ ਹੈ। ਇਹੋ ਹੀ ਪਾਠ ਜਦੋਂ ਰਹਿਰਾਸ ਸਾਹਿਬ ਜੀ ਦੇ ਵਿੱਚ ਆਵੇਗਾ, ਇੱਕ ਭੇਦ ਹੈ ਕੰਨੇ ਦਾ, ਪੱਪੇ ਨੂੰ ਕੰਨੇ ਦਾ ਪਤ ਸਾਹਿਬ ਪਾਠ ਹੈ। ਸੋ ਪੰਕਤੀ ਹੈ, ਸੋ ਪਾਤ ਸਾਹੋ ਸਾਹਾ ਪਤ ਸਾਹਿਬ। ਪਤ ਪਾਠ ਪੋਲਾ ਜਿਹਾ ਪੜ੍ਹਨਾ ਹੈ, ਪਤ ਸਾਹਿਬ ਨਹੀਂ ਕਹਿਣਾ। ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ। ਸੋ ਇਸੇ ਤਰ੍ਹਾਂ ਹੀ ਇਹੀ ਪਾਠ ਜੋ ਰਹਿਰਾਸ ਸਾਹਿਬ ਦੇ ਵਿੱਚ ਹੈ, ਇਹੋ ਹੀ ਆਸਾ ਰਾਗ ਦੇ ਵਿੱਚ ਆਉਣਾ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਆਪ ਜੀ ਨੇ ਪਿਛਲੀਆਂ ਵੀਡੀਓ ਤੋਂ ਲੈ ਕਰਕੇ ਹੁਣ ਦੀ ਇਸ ਵੀਡੀਓ ਤੱਕ ਜੋ ਪਾਠ ਸ਼ਬਦ ਦੁਬਾਰਾ ਆਏ ਹਨ, ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਇਸ ਵੀਡੀਓ ਨੂੰ ਵੀ ਆਪ ਜੀ ਨੇ ਬੜੇ ਧਿਆਨਪੂਰਵਕ ਸਮਝਣਾ ਹੈ ਅਤੇ ਅੱਗੇ ਹੋਰ ਸੰਗਤਾਂ ਨਾਲ ਇਸ ਨੂੰ ਸਾਂਝਿਆ ਕਰਨਾ ਹੈ, ਤਾਂ ਜੋ ਆਪਾਂ ਗਲਤ ਪਾਠ ਨਾ ਕਰੀਏ ਅਤੇ ਗੁਰਬਾਣੀ ਦਾ ਸੁੱਧ ਪਾਠ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।